ਅੱਜ-ਕੱਲ ਬੰਬੀਹਾ ਬੋਲੇ ਗਾਣੇ ਨੇ ਪੂਰੀ ਇੰਡਸਟਰੀ 'ਚ ਭੜਥੂ ਪਾਇਆ ਪਿਆ ਤੇ ਦਰਸ਼ਕੋ ਬੰਬੀਹਾ ਬੋਲੇ ਗਾਣੇ 'ਚ ਇੱਕ ਲਾਈਨ ਆਉਂਦੀ ਹੈ ਸੱਦਾਮ ਹੁਸੈਨ ਦੇ ਬਿਆਨਾਂ ਵਰਗੇ ਗੱਭਰੂ ਲਿਖਦਾ ਗਾਣੇ ਨਹੀਂ ਜੋ ਕਿ ਸਿੱਧੂ ਮੂਸੇਵਾਲੇ ਦੁਆਰਾ ਲਿਖੀ ਤੇ ਗਾਈ ਗਈ ਹੈ। ਸੱਦਾਮ ਹੁਸੈਨ ਕੱਲਾ ਐਸਾ ਆਦਮੀ ਸੀ ਜਿਸ ਨੇ ਕਈ ਸਾਲ ਅਮਰੀਕਾ ਦੇ ਵੀ ਗੋਡੇ ਲਵਾਈ ਰੱਖੇ। ਉਸ ਨੇ ਕਈ ਸਾਲ ਤੱਕ ਅਮਰੀਕਾ ਤੇ ਇਰਾਕ ਦੀ ਚੱਲੀ ਲੜਾਈ 'ਚ ਅਮਰੀਕਾ ਦਾ ਡਟ ਕੇ ਮੁਕਾਬਲਾ ਕੀਤਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਅਸਲ 'ਚ ਉਸ ਦੇ ਨਾਮ ਸੱਦਾਮ ਦਾ ਮਤਲਬ ਵੀ ਇਹੀ ਹੁੰਦਾ ਹੈ, ਡਟ ਕੇ ਸਾਹਮਣੇ ਖੜਨ ਵਾਲਾ। ਤੇ ਉਹ ਸਾਰੀ ਉਮਰ ਇਸ ਫਲਸਫੇ ਤੇ ਡਟਿਆ ਵੀ ਰਿਹਾ ਤੇ ਅਮਰੀਕਾ ਦਾ ਧੂਆਂ ਕਢਾ ਦਿੱਤਾ। ਸੱਦਾਮ ਹੁਸੈਨ ਨੇ ਜਿੱਥੇ ਆਪਣੀ ਜ਼ਿੰਦਗੀ 'ਚ ਚੰਗੇ ਕੰਮ ਕੀਤੇ ਉੱਥੇ ਕੁਝ ਬੁਰੇ ਕੰਮ ਵੀ ਕੀਤੇ, ਪਰ ਆਪਣੇ ਦੇਸ਼ ਤੇ ਜਨਤਾ ਲਈ ਉਸਨੇ ਹਮੇਸ਼ਾ ਚੰਗਾ ਹੀ ਕੀਤਾ। ਅਸੀਂ ਅੱਜ ਇਸ ਵੀਡੀਓ 'ਚ ਸੱਦਾਮ ਹੁਸੈਨ ਦੇ ਬਾਰੇ ਸਭ ਕੁਝ ਦੱਸਾਂਗੇ, ਚਾਹੇ ਉਹ ਈਰਾਨ ਨਾਲ ਲੜਾਈ ਹੋਵੇ ਜਾਂ ਕੁਵੈਤ ਤੇ ਚੜਾਈ ਜਾਂ ਕੁਰਦ ਲੋਕਾਂ ਤੇ ਕੈਮੀਕਲ ਅਟੈਕ ਜਿਸ 'ਚ ਲੱਖਾਂ ਲੋਕ ਮਾਰੇ ਗਏ ਸੀ। ਇਸ ਤੋਂ ਬਾਅਦ ਤੁਸੀਂ ਖੁਦ ਫੈਸਲਾ ਕਰਿਓ ਕਿ ਸੱਦਾਮ ਹੁਸੈਨ ਹੀਰੋ ਸੀ ਜਾਂ ਤਾਨਾਸ਼ਾਹ। ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ, ਤਾਂ ਹੀ ਤੁਸੀਂ ਜਾਣ ਪਾਉਂਗੇ ਇੱਕ ਆਮ ਜਿਹੇ ਆਦਮੀ ਦੀ ਖਾਸ ਕਹਾਣੀ। ਚਲੋ ਜਾਣਦੇ ਹਾਂ ਉਹਨਾਂ ਦੇ ਜਨਮ ਤੇ ਮੁੱਢਲੀ ਜ਼ਿੰਦਗੀ ਦੇ ਬਾਰੇ 'ਚ। 28 ਅਪ੍ਰੈਲ 1937 'ਚ ਉਹਨਾਂ ਦਾ ਜਨਮ ਬਗਦਾਦ ਤੋਂ ਬਹੁਤ ਦੂਰ ਤਿਕਰਿਤੀ ਦੇ ਨੇੜੇ ਇੱਕ ਪਿੰਡ ਅਲ ਅਜਵਾ 'ਚ ਹੋਇਆ। ਸੱਦਾਮ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਵੱਡੇ ਭਰਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਤੇ ਸੱਦਾਮ ਦੀ ਮਾਂ ਇੰਨੀ ਜ਼ਿਆਦਾ ਨਿਰਾਸ਼ ਹੋ ਗਈ ਸੀ ਕਿ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਸ 'ਚ ਉਹ ਸਫਲ ਨਾ ਹੋ ਸਕੀ ਤੇ ਸੱਦਾਮ ਪੈਦਾ ਹੋਇਆ। ਪਰ ਉਸ ਦੀ ਮਾਂ ਆਪਣੇ ਬੱਚੇ ਨੂੰ ਸਾਂਭਣ ਦੇ ਜੋਗੀ ਨਹੀਂ ਸੀ, ਜਿਸ ਕਰਕੇ ਸੱਦਾਮ ਦਾ ਮਾਮਾ ਉਸ ਨੂੰ ਆਪਣੇ ਨਾਲ ਲੈ ਗਿਆ। ਫਿਰ ਸੱਦਾਮ ਜਦੋਂ ਥੋੜਾ ਵੱਡਾ ਹੋਇਆ ਤਾਂ ਆਪਣੀ ਮਾਂ ਕੋਲ ਵਾਪਸ ਆਇਆ, ਪਰ ਉਦੋਂ ਤੱਕ ਉਸ ਦੀ ਮਾਂ ਨੇ ਦੂਸਰਾ ਵਿਆਹ ਕਰਾ ਲਿਆ ਸੀ ਤੇ ਉਸ ਤੋਂ ਉਸ ਦੇ 3 ਭਰਾ ਵੀ ਸਨ। ਸੱਦਾਮ ਨਾਲ ਉਸ ਦੇ ਸੌਤੇਲੇ ਪਿਤਾ ਦਾ ਵਿਹਾਰ ਕੁਝ ਚੰਗਾ ਨਹੀਂ ਸੀ ਤੇ ਉਹ ਸੱਦਾਮ ਨੂੰ ਬਹੁਤ ਮਾਰਦਾ ਵੀ ਸੀ। ਫਿਰ 10 ਸਾਲ ਦੀ ਉਮਰ 'ਚ ਸੱਦਾਮ ਆਪਣਾ ਘਰ ਛੱਡ ਕੇ ਆਪਣੇ ਮਾਮੇ ਕੋਲ ਵਾਪਸ ਬਗਦਾਦ ਆ ਗਿਆ। ਮਾਮੇ ਨਾਲ ਰਹਿੰਦੇ ਹੋਏ ਉਸਨੇ ਸਕੂਲ ਪੂਰਾ ਕਰਨ ਤੋਂ ਬਾਅਦ ਇਰਾਕੀ ਲਾਅ ਸਕੂਲ 'ਚ ਐਡਮਿਸ਼ਨ ਲਿਆ। ਉੱਥੇ 3 ਸਾਲ ਪੜ੍ਹਾਈ ਵੀ ਕੀਤੀ, ਪਰ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਾਲਜ ਵਿੱਚ ਛੱਡ ਦਿੱਤਾ ਤੇ 1957 'ਚ 20 ਸਾਲ ਦੇ ਸੱਦਾਮ ਨੇ ਇੱਕ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰ ਲਿਆ ਜਿਸ ਦਾ ਨਾਮ ਸੀ ਅਰਬ ਸੋਸ਼ਲਿਸਟ ਬਾਥ ਪਾਰਟੀ। ਇਹ ਇੱਕ ਰੈਵੋਲੂਸ਼ਨਰੀ ਪਾਰਟੀ ਸੀ ਜੋ ਕਿ ਇਰਾਕ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੀ ਸੀ। ਪਰ ਇਰਾਕ ਨੂੰ ਆਜ਼ਾਦੀ ਚਾਹੀਦੀ ਕਿਸ ਤੋਂ ਸੀ? ਇਰਾਕ ਨੂੰ ਆਜ਼ਾਦੀ ਚਾਹੀਦੀ ਸੀ ਬ੍ਰਿਟੇਨ ਤੋਂ। ਭਾਵੇਂ ਕਿ ਭਾਰਤ ਨੂੰ ਤਾਂ 1947 'ਚ ਹੀ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਸੀ, ਪਰ ਇਰਾਕ ਅਜੇ ਵੀ ਉਹਨਾਂ ਦਾ ਗੁਲਾਮ ਸੀ। ਤੇ ਜਿਵੇਂ ਭਾਰਤ 'ਚੋਂ ਸੋਨਾ ਤੇ ਕੱਚਾ ਮਾਲ ਲੁੱਟ ਕੇ ਉਹਨਾਂ ਨੇ ਭਾਰਤ ਨੂੰ ਗਰੀਬ ਕਰ ਦਿੱਤਾ ਸੀ, ਏਦਾਂ ਦਾ ਹੀ ਕੁਝ ਉਹ ਇਰਾਕ 'ਚ ਕਰ ਰਹੇ ਸੀ। ਉੱਥੋਂ ਉਹ ਤੇਲ ਵੇਚ ਕੇ ਪੈਸਾ ਇਕੱਠਾ ਕਰ ਰਹੇ ਸੀ। ਇਰਾਕ 'ਚ ਰਾਜ ਤਾਂ ਬ੍ਰਿਟੇਨ ਦਾ ਹੀ ਸੀ, ਪਰ ਇੱਕ ਕਠਪੁਤਲੀ ਬਾਦਸ਼ਾਹ ਵੀ ਸੀ ਜਿਸ ਦਾ ਨਾਮ ਸੀ ਸ਼ਾਹ ਫੈਜ਼ਲ ਦੂਜਾ। ਲਗਾਤਾਰ ਹਿੰਸਕ ਅੰਦੋਲਨ ਹੋ ਰਹੇ ਸੀ ਤੇ ਸੱਦਾਮ ਇਹਨਾਂ ਦੀ ਅਗਵਾਈ ਕਰਨ 'ਚ ਹਮੇਸ਼ਾ ਅੱਗੇ ਰਹਿੰਦਾ ਸੀ। ਇਸ ਤਰ੍ਹਾਂ ਸੱਦਾਮ ਨੂੰ ਲੋਕ ਪਹਿਚਾਨਣ ਲੱਗੇ ਸੀ ਤੇ ਅਖੀਰ ਉਹ ਦਿਨ ਆਇਆ 14 ਜੁਲਾਈ 1958 ਜਦੋਂ ਇਰਾਕ ਨੂੰ ਆਜ਼ਾਦੀ ਮਿਲੀ ਅੰਗਰੇਜ਼ਾਂ ਤੋਂ ਤੇ ਬਾਦਸ਼ਾਹ ਨੂੰ ਗੱਦੀ ਤੋਂ ਉਤਾਰ ਕੇ ਸੈਨਾ ਨੇ ਕਬਜ਼ਾ ਕਰ ਲਿਆ ਤੇ ਰਾਜ ਸੈਨਾ ਦੇ ਜਨਰਲ ਅਬਦ ਅਲ ਕਰੀਮ ਕਾਸਿਮ ਦੇ ਹੱਥਾਂ 'ਚ ਚਲਾ ਗਿਆ। ਹੁਣ ਉਹ ਉੱਥੋਂ ਦੇ ਪ੍ਰੈਜ਼ੀਡੈਂਟ ਸੀ। ਸੱਦਾਮ ਨੇ ਅਬਦ ਅਲ ਕਰੀਮ ਕਾਸਿਮ ਨੂੰ ਕਿਹਾ ਕਿ ਉਹ ਉਹਨਾਂ ਦੀ ਪਾਰਟੀ ਜੁਆਇਨ ਕਰ ਲੈਣ, ਕਿਉਂਕਿ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਰਾਜ ਦਿਵਾਉਣ ਲਈ ਬਹੁਤ ਖੂਨ ਵਹਾਇਆ ਹੈ। ਪਰ ਪ੍ਰੈਜ਼ੀਡੈਂਟ ਦਾ ਝੁਕਾਅ ਦੂਜੀ ਪਾਰਟੀ ਵੱਲ ਸੀ, ਜਿਸ ਕਰਕੇ ਉਹਨਾਂ ਨੇ ਸੱਦਾਮ ਦੀ ਗੱਲ ਨਾ ਮੰਨੀ ਤੇ ਸੱਦਾਮ ਨੂੰ ਇਸ ਗੱਲ ਦਾ ਬਹੁਤ ਗੁੱਸਾ ਲੱਗਾ ਤੇ ਇੱਕ ਦਿਨ ਉਹਨਾਂ ਨੇ ਪ੍ਰੈਜ਼ੀਡੈਂਟ ਦੇ ਕਾਫਲੇ ਤੇ ਹਮਲਾ ਕਰ ਦਿੱਤਾ, ਜਿਸ 'ਚ ਪ੍ਰੈਜ਼ੀਡੈਂਟ ਅਬਦ ਅਲ ਕਰੀਮ ਕਾਸਿਮ ਤਾਂ ਬਚ ਗਿਆ, ਪਰ ਉਹਨਾਂ ਦਾ ਸਹਿਯੋਗੀ ਮਾਰਿਆ ਗਿਆ। ਫੜੇ ਜਾਣ ਦੇ ਡਰ ਤੋਂ ਸੱਦਾਮ ਸੀਰੀਆ ਭੱਜ ਗਿਆ ਤੇ ਫਿਰ ਉੱਥੋਂ ਇਜਿਪਟ ਰਹਿੰਦੇ ਹੋਏ ਸੱਦਾਮ ਨੇ ਆਪਣੀ ਲਾਅ ਦੀ ਪੜ੍ਹਾਈ ਕੀਤੀ 1960 ਤੋਂ 1963 ਤੱਕ। 1963 'ਚ ਸੱਦਾਮ ਇਰਾਕ ਵਾਪਸ ਆ ਜਾਂਦਾ ਹੈ, ਜਿੱਥੇ ਆਉਂਦਿਆਂ ਹੀ ਉਸ ਨੂੰ ਜੇਲ੍ਹ 'ਚ ਪਾ ਦਿੱਤਾ ਜਾਂਦਾ ਹੈ। ਸੱਦਾਮ ਦੀ ਪਾਰਟੀ ਦੇ ਪਾਵਰ 'ਚ ਹੋਣ ਕਰਕੇ ਉਹਨਾਂ ਨੂੰ ਜੇਲ੍ਹ 'ਚ ਕੋਈ ਖਾਸ ਤਕਲੀਫ ਨਹੀਂ ਹੁੰਦੀ ਤੇ ਉਹ ਜੇਲ੍ਹ 'ਚੋਂ ਹੀ ਆਪਣੀ ਰਾਜਨੀਤਿਕ ਪਾਵਰ ਨੂੰ ਵਧਾਉਂਦਾ ਹੈ। ਸਾਲ 1966 'ਚ ਉਹਨਾਂ ਨੂੰ ਕਮਾਂਡ ਦਾ ਡਿਪਟੀ ਸੈਕਟਰੀ ਚੁਣਿਆ ਜਾਂਦਾ ਹੈ ਤੇ ਫਿਰ ਉਹ ਕਿਸੇ ਤਰ੍ਹਾਂ ਜੇਲ੍ਹ 'ਚੋਂ ਭੱਜਣ 'ਚ ਸਫਲ ਹੁੰਦੇ ਨੇ। 2 ਸਾਲ ਤੱਕ ਅੰਡਰਗਰਾਉਂਡ ਰਹਿ ਕੇ ਕੰਮ ਕਰਨ ਤੋਂ ਬਾਅਦ 1968 'ਚ ਇਰਾਕ 'ਚ ਤਖਤਾ ਪਲਟ ਹੋ ਜਾਂਦਾ ਹੈ ਤੇ ਹੁਣ ਪ੍ਰੈਜ਼ੀਡੈਂਟ ਬਣਦੇ ਨੇ ਅਹਿਮਦ ਹਸਨ ਅਲ ਬਕਰ ਤੇ ਸੱਦਾਮ ਬਣਦੇ ਨੇ ਉਹਨਾਂ ਦੇ ਪ੍ਰਮੁੱਖ ਸਹਿਯੋਗੀ। ਅਗਲੇ 10 ਸਾਲ ਤੱਕ ਸੱਦਾਮ ਇਸੇ ਤਰ੍ਹਾਂ ਕੰਮ ਕਰਦੇ ਰਹਿੰਦੇ ਨੇ ਤੇ ਇਰਾਕ 'ਚ ਬਹੁਤ ਜ਼ਿਆਦਾ ਵਿਕਾਸ ਵੀ ਹੋਇਆ। ਗੱਦੀ ਤੇ ਭਾਵੇਂ ਅਲ ਬਕਰ ਬੈਠੇ ਸੀ, ਪਰ ਕੰਮ ਸਭ ਸੱਦਾਮ ਦੇ ਨਾਮ ਤੇ ਹੀ ਹੋ ਰਿਹਾ ਸੀ। ਜਨਤਾ 'ਚ ਵਿਸ਼ਵਾਸ ਸੱਦਾਮ ਹੁਸੈਨ ਦਾ ਬਣ ਰਿਹਾ ਸੀ। ਇਰਾਕ 'ਚ ਆਇਲ ਇੰਡਸਟਰੀ ਦਾ ਨੈਸ਼ਨਲਾਈਜੇਸ਼ਨ ਹੋ ਗਿਆ, ਜਿਸ ਤੋਂ ਬਾਅਦ ਤੇਲ ਦੀ ਵਿਕਰੀ ਦਾ ਸਾਰਾ ਪੈਸਾ ਸਰਕਾਰ ਕੋਲ ਆਉਣ ਲੱਗਾ ਤੇ ਸਰਕਾਰ ਉਹ ਸਾਰਾ ਪੈਸਾ ਵਿਕਾਸ ਦੇ ਕੰਮਾਂ ਤੇ ਖਰਚਣ ਲੱਗੀ। ਇਹਨਾਂ 'ਚੋਂ ਸਭ ਤੋਂ ਮੁੱਖ ਕੰਮ ਜੋ ਬਾਥ ਪਾਰਟੀ ਨੇ ਆਪਣਾ ਸ਼ੁਰੂ ਕੀਤਾ
ਉਹ ਸੀ ਕੈਮੀਕਲ ਵੈਪਨਸ ਦੀ ਤਿਆਰੀ। ਇਹ ਸਭ ਨਾਲ ਇਰਾਕ 'ਚ ਸਦਾਮ ਦਾ ਰਾਜਨੀਤਿਕ ਤੌਰ ਤੇ ਕੱਦ ਬਹੁਤ ਉੱਚਾ ਹੋ ਗਿਆ ਸੀ ਤੇ ਇਸ ਦਾ ਸਭ ਤੋਂ ਵੱਧ ਖਤਰਾ ਸੀ ਪ੍ਰੈਜ਼ੀਡੈਂਟ ਅਹਿਮਦ ਹਸਨ ਅਲ ਬਕਰ ਨੂੰ। ਪ੍ਰੈਜ਼ੀਡੈਂਟ ਸਦਾਮ ਨੂੰ ਚੰਗੀ ਤਰ੍ਹਾਂ ਜਾਣਦੇ ਸੀ, ਇਸ ਲਈ ਉਹ ਸਦਾਮ ਦਾ ਰੁਤਬਾ ਘੱਟ ਕਰਨ ਲਈ ਸੀਰੀਆ ਨਾਲ ਰਲ ਗਏ। ਇੱਥੇ ਸਦਾਮ ਨੇ ਚਲਾਕੀ ਕੀਤੀ ਤੇ ਐਦਾਂ ਬਿਲਕੁਲ ਵੀ ਹੋਣ ਨਹੀਂ ਦਿੱਤਾ ਤੇ ਲੱਗਦੇ ਹੱਥ ਸਦਾਮ ਨੇ ਅਲ ਬਕਰ ਨੂੰ ਸੱਤਾ ਛੱਡਣ ਲਈ ਮਜਬੂਰ ਕਰ ਦਿੱਤਾ। ਪ੍ਰੈਜ਼ੀਡੈਂਟ ਅਲ ਬਕਰ ਨੂੰ ਰਿਜ਼ਾਈਨ ਕਰਨਾ ਪਿਆ ਤੇ ਹੁਣ ਸਾਰੀ ਪਾਵਰ ਸਦਾਮ ਦੇ ਹੱਥਾਂ 'ਚ ਆ ਗਈ ਸੀ। ਤਰੀਕ ਸੀ 16 ਜੁਲਾਈ 1979 ਤੇ ਹੁਣ ਸਦਾਮ ਹੁਸੈਨ ਇਰਾਕ ਦੇ ਪ੍ਰੈਜ਼ੀਡੈਂਟ ਸੀ। ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਸਦਾਮ ਨੇ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਦਾ ਕੀਤਾ। ਹੁਣ ਇੱਥੋਂ ਸ਼ੁਰੂ ਹੁੰਦਾ ਹੈ ਅਮਰੀਕਾ ਦਾ ਰੋਲ। ਅਮਰੀਕਾ ਨੇ ਵੀ ਸ਼ੁਰੂ 'ਚ ਸਦਾਮ ਨੂੰ ਬਹੁਤ ਸਪੋਰਟ ਕੀਤਾ। ਸਦਾਮ ਨੇ ਆਪਣੇ ਸ਼ਾਸਨ ਦੇ ਸ਼ੁਰੂ 'ਚ 68 ਦੇਸ਼ਦਰੋਹੀਆਂ ਨੂੰ ਮਾਰ ਦਿੱਤਾ, ਪਰ ਜੇ ਸਦਾਮ ਖਿਲਾਫ ਕੋਈ ਵੀ ਕੁਝ ਬੋਲਦਾ ਸੀ ਤਾਂ ਅਮਰੀਕਾ ਸਦਾਮ ਦਾ ਹੀ ਪੱਖ ਲੈਂਦਾ ਸੀ। ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਰੋਨਾਲਡ ਰੇਗਨ ਤੇ ਵੀ ਸਦਾਮ ਦੀ ਹੱਦ ਤੋਂ ਵੱਧ ਮਦਦ ਕਰਨ ਦਾ ਦੋਸ਼ ਲੱਗਾ। ਸਦਾਮ ਤੇ ਸ਼ੀਆ ਲੋਕਾਂ ਨਾਲ ਭੇਦਭਾਵ ਕਰਨ ਦਾ ਦੋਸ਼ ਹੈ। 1982 ਚ ਇੱਕ ਵਾਰ ਉਹਨਾਂ ਤੇ ਸ਼ੀਆ ਬਹੁਲ ਆਬਾਦੀ ਵਾਲੇ ਪਿੰਡ 'ਚ ਹਮਲਾ ਹੋਇਆ ਤਾਂ ਉਹਨਾਂ ਨੇ ਇਸ ਦੇ ਜਵਾਬ 'ਚ 148 ਸ਼ੀਆ ਲੋਕਾਂ ਨੂੰ ਮਾਰ ਦਿੱਤਾ। ਸਦਾਮ ਹੁਸੈਨ ਫੁੱਲ ਪਾਵਰ 'ਚ ਆ ਚੁੱਕਾ ਸੀ ਤੇ ਹੁਣ ਉਹਨਾਂ ਨੇ ਈਰਾਨ ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ ਅਮਰੀਕਾ ਇਰਾਕ ਤੇ ਈਰਾਨ ਦੋਵਾਂ ਨੂੰ ਹੀ ਹਥਿਆਰ ਸਪਲਾਈ ਕਰ ਰਿਹਾ ਸੀ। 1980 ਤੋਂ 1988 ਤੱਕ 8 ਸਾਲ ਚੱਲੀ ਇਹ ਲੜਾਈ ਜਦੋਂ ਖਤਮ ਹੋਈ ਤਾਂ ਕਿਸੇ ਦੇ ਪੱਲੇ ਕੁਝ ਵੀ ਨਾ ਪਿਆ। ਦੋਵੇਂ ਦੇਸ਼ ਆਰਥਿਕ ਤੇ ਸੈਨਾ ਦੇ ਤੌਰ ਤੇ ਬਹੁਤ ਨੁਕਸਾਨ 'ਚ ਸੀ, ਪਰ ਔਪਚਾਰਿਕ ਤੌਰ ਤੇ ਸਦਾਮ ਨੂੰ ਜੇਤੂ ਦੱਸਿਆ ਗਿਆ। ਅਮਰੀਕਾ ਦਾ ਕੀ ਸੀ, ਉਸ ਨੂੰ ਤਾਂ ਹਥਿਆਰ ਵੇਚਣ ਲਈ ਗਾਹਕ ਚਾਹੀਦੇ ਸੀ। ਫਿਰ ਆਉਂਦਾ ਹੈ ਹਲਾਬਜਾ ਦਾ ਕੈਮੀਕਲ ਅਟੈਕ, ਜਿਸ 'ਚ ਕੁਝ ਹੀ ਸਕਿੰਟਾਂ 'ਚ ਹਜ਼ਾਰਾਂ ਕੁਰਦ ਲੋਕਾਂ ਦੀ ਜਾਨ ਚਲੀ ਗਈ। ਦਿਨ ਸੀ 16 ਮਾਰਚ 1988। ਸਵੇਰੇ 11 ਵਜੇ ਇਰਾਕੀ ਜਹਾਜ਼ਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਹਾਜ਼ਾਂ 'ਚੋਂ ਕੁਝ ਖਾਸ ਤਰ੍ਹਾਂ ਦੀਆਂ ਚੀਜ਼ਾਂ ਸੁੱਟੀਆਂ ਗਈਆਂ, ਜਿਨ੍ਹਾਂ ਦੇ ਨੀਚੇ ਆਉਂਦਿਆਂ ਹੀ ਇਸ ਤਰ੍ਹਾਂ ਲੱਗਾ ਕਿ ਜਿਵੇਂ ਦਮ ਹੀ ਘੁੱਟ ਗਿਆ ਹੋਵੇ ਸਾਰੇ ਸ਼ਹਿਰ ਦਾ। ਹਜ਼ਾਰਾਂ ਲੋਕ ਸਕਿੰਟਾਂ 'ਚ ਮਰ ਗਏ, ਲਾਸ਼ਾਂ ਦੇ ਢੇਰ ਲੱਗ ਗਏ। ਇਰਾਕੀ ਸੈਨਾ ਨੇ ਬਹੁਤ ਹੀ ਖਤਰਨਾਕ ਮਸਟਰਡ ਗੈਸ ਨੂੰ ਇਸ ਸ਼ਹਿਰ ਦੀ ਹਵਾ ਵਿੱਚ ਘੋਲ ਦਿੱਤਾ ਸੀ। ਇਹ ਹਮਲਾ ਕੁਰਦਿਸ਼ ਲੋਕਾਂ ਤੇ ਕੀਤਾ ਗਿਆ ਸੀ ਤੇ ਇਸ 'ਚ 2 ਲੱਖ ਲੋਕ ਮਰ ਗਏ ਸਨ। ਈਰਾਨ ਇਰਾਕ ਯੁੱਧ ਤੋਂ ਬਾਅਦ ਇਰਾਕ ਬਹੁਤ ਜ਼ਿਆਦਾ ਕਰਜ਼ੇ 'ਚ ਆ ਚੁੱਕਾ ਸੀ, ਜਿਸ ਕਰਕੇ ਉਸਨੇ ਸਾਰੇ ਅਰਬ ਦੇਸ਼ਾਂ ਨੂੰ ਕਿਹਾ ਕਿ ਕਰਜ਼ੇ 'ਚੋਂ ਬਾਹਰ ਆਉਣ ਲਈ ਉਹਨਾਂ ਦੀ ਮਦਦ ਕਰਨ ਤੇ ਤੇਲ ਦੇ ਭਾਅ ਵਧਾ ਦੇਣ, ਪਰ ਕੁਵੈਤ ਨੇ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਤੇ ਇਸ ਦੇ ਜਵਾਬ 'ਚ ਇਰਾਕ ਨੇ ਕੁਵੈਤ ਨੂੰ ਪੁਰਾਣਾ ਕਰਜ਼ਾ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਤੇ 2 ਅਗਸਤ 1990 ਨੂੰ ਕੁਵੈਤ ਤੇ ਚੜ੍ਹਾਈ ਕਰ ਦਿੱਤੀ। ਪਰ ਇਸ ਹਮਲੇ 'ਚ ਸਾਊਦੀ ਅਰਬ ਕੁਵੈਤ ਦੇ ਨਾਲ ਆ ਗਿਆ ਤੇ ਉਹਨਾਂ ਨੇ ਮਿਲ ਕੇ ਸਿਰਫ 6 ਮਹੀਨਿਆਂ 'ਚ ਹੀ ਇਰਾਕ ਨੂੰ ਖਦੇੜ ਦਿੱਤਾ। 60-70 ਦੇ ਦਹਾਕਿਆਂ 'ਚ ਹੋਣ ਵਾਲਾ ਬਹੁਤ ਜ਼ਿਆਦਾ ਵਿਕਾਸ ਹੁਣ ਉੱਥੇ ਹੀ ਖੜ ਚੁੱਕਾ ਸੀ। ਉਸ ਦੀ ਜਗ੍ਹਾ ਹੁਣ ਬੰਬ, ਗੋਲੇ ਤੇ ਬੰਦੂਕਾਂ ਨੇ ਲੈ ਲਈ ਸੀ। ਕੁਵੈਤ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਇਰਾਕ ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਹੁਣ ਅਮਰੀਕਾ 'ਚ ਵੀ ਸੱਤਾ ਬਦਲ ਚੁੱਕੀ ਸੀ। ਬਿਲ ਕਲਿੰਟਨ ਉੱਥੇ ਦੇ ਰਾਸ਼ਟਰਪਤੀ ਸੀ। ਬਿਲ ਕਲਿੰਟਨ ਨੇ UNO 'ਚ ਮੰਗ ਰੱਖੀ ਕਿ ਇਰਾਕ ਕੋਲ ਜਿੰਨੇ ਵੀ ਕੈਮੀਕਲ ਵੈਪਨ ਨੇ ਉਹ UNO ਨੂੰ ਸਪੁਰਦ ਕਰ ਦੇਵੇ, ਪਰ ਸਦਾਮ ਨੇ ਇਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਕਿ ਇਰਾਕ 'ਚ ਕੋਈ ਕੈਮੀਕਲ ਵੈਪਨ ਨੇ, ਜਿਸ ਤੇ ਅਮਰੀਕਾ ਬੁਖਲਾ ਗਿਆ। ਅਮਰੀਕਾ ਨੂੰ ਵੀ ਉਸ ਦਾ ਮੰਤਵ ਪੂਰਾ ਹੁੰਦਾ ਦਿਸ ਨਹੀਂ ਰਿਹਾ ਸੀ, ਜਿਸ ਕਰਕੇ ਉਸ ਨੇ ਇਰਾਕ ਨੂੰ ਪਾਲਿਆ ਸੀ, ਯਾਨੀ ਕਿ ਤੇਲ ਦੇ ਮਾਮਲੇ 'ਚ ਇਰਾਕ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ। ਉਧਰੋਂ ਅਮਰੀਕਾ ਤੇ 9/11 ਵਾਲਾ ਅਟੈਕ ਹੋ ਗਿਆ। ਹੁਣ ਅਮਰੀਕਾ ਹੱਥ ਧੋ ਕੇ ਇਰਾਕ ਦੇ ਪਿੱਛੇ ਪੈ ਗਿਆ। ਸਦਾਮ ਤੇ ਅਮਰੀਕਾ ਨੇ ਕਈ ਝੂਠੇ ਕੇਸ ਵੀ ਸ਼ੁਰੂ ਕਰ ਦਿੱਤੇ। ਅਮਰੀਕਾ ਦੀ ਨੀਅਤ ਨੂੰ ਸਦਾਮ ਸਮਝ ਗਿਆ ਸੀ ਤੇ ਉਹ ਤਿਕਰਤੀ ਆ ਕੇ ਲੁਕ ਗਿਆ, ਜੋ ਕਿ ਸਦਾਮ ਦਾ ਆਪਣਾ ਪਿੰਡ ਸੀ। 9 ਅਪ੍ਰੈਲ 2003 ਨੂੰ ਅਮਰੀਕੀ ਫੌਜ ਨੇ ਉਸ ਨੂੰ ਲੱਭ ਲਿਆ ਤੇ ਜੇਲ੍ਹ 'ਚ ਪਾ ਦਿੱਤਾ। 3 ਸਾਲ ਤੱਕ ਟ੍ਰਾਇਲ ਚੱਲਣ ਤੋਂ ਬਾਅਦ 2006 'ਚ 148 ਸ਼ੀਆ ਲੋਕਾਂ ਨੂੰ ਮਾਰਨ ਦੇ ਦੋਸ਼ 'ਚ ਸਦਾਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਉਹਨਾਂ ਦੀ ਫਾਂਸੀ ਦੀ ਵੀਡੀਓ ਵੀ ਬਾਅਦ 'ਚ ਇੰਟਰਨੈਟ ਤੇ ਆ ਗਈ, ਜੋ ਕਿ ਬਹੁਤ ਲੋਕਾਂ ਦੁਆਰਾ ਦੇਖੀ ਗਈ। ਪਰ ਜੋ ਵੀ ਸੀ, ਅਮਰੀਕਾ ਨੇ ਕਿਸੇ ਨਿਰਦੋਸ਼ ਨੂੰ ਨਿਆਂ ਨਹੀਂ ਦਿਵਾਉਣਾ ਸੀ। ਉਹ ਤਾਂ ਸਿਰਫ ਉਸ ਨੇ ਆਪਣੀ ਪੜਾਸ ਕੱਢੀ ਸੀ, ਕਿਉਂਕਿ ਸਦਾਮ ਹੁਸੈਨ ਨਾ ਤਾਂ ਅਮਰੀਕਾ ਤੋਂ ਡਰਿਆ ਤੇ ਨਾ ਹੀ ਉਹਨਾਂ ਦੇ ਅੱਗੇ ਝੁਕਿਆ। ਹੁਣ ਸਭ ਦੇਖਣ ਤੋਂ ਬਾਅਦ ਤੁਸੀਂ ਆਪ ਹੀ ਫੈਸਲਾ ਕਰੋ ਕਿ ਸਦਾਮ ਹੁਸੈਨ ਕਿਵੇਂ ਦਾ ਬੰਦਾ ਸੀ, ਕਿਉਂਕਿ ਕੁਝ ਲੋਕ ਉਸ ਨੂੰ ਆਪਣਾ ਹੀਰੋ ਮੰਨਦੇ ਨੇ ਤੇ ਕੁਝ ਤਾਨਾਸ਼ਾਹ। ਜੇ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਹੋਰ ਲੇਟੈਸਟ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਪ੍ਰੈਸ ਕਰਨਾ ਨਾ ਭੁੱਲਿਓ।